ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹ। ਵਾਹਿਗੁਰੂ ਸਾਹਿਬ ਜੀ। ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹੀਂ ਜੇ, ਕੰਚਨ ਲੋਹ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਦ ਨੇ ਦੀਦਾਰ ਸਾਹਿਬ, ਕਛ ਨਹੀਂ ਇਸ ਕਾ ਮੋਲ। ਤਿਲੰਗ ਮਹਿਲਾ ਪੰਜਵਾਂ। ਧੰਨ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਉਤਸ਼ਾਹਿਤ ਵੀ ਕਰਦੇ ਨੇ, ਕਿਉਂਕਿ ਸਤਿਗੁਰੂ ਚਾਹੁੰਦੇ ਨੇ ਜੋ ਗੁਰੂ ਨੂੰ ਮਿਲਿਆ ਸਭ ਨੂੰ ਮਿਲ ਜਾਏ। ਸਤਿਗੁਰੂ ਜੀ ਚਾਹੁੰਦੇ ਨੇ, ਤੇ ਗੁਰੂ ਦਾ ਅਰਥ ਹੀ ਇਹ ਹੈ, ਜੋ ਅਸੀਂ ਹੋਣਾ ਹੈ, ਜੋ ਹੋਣ ਦੀ ਸੰਭਾਵਨਾ ਹੈ, ਗੁਰੂ ਹੋ ਗਏ। ਗੁਰੂ ਉਸ ਅਸਲੇ ਵਿੱਚ ਲੀਨ ਹੋ ਗਏ ਤੇ ਉਹਦੀਆਂ ਵਡਿਆਈਆਂ ਗੁਰਦੇਵ ਬਿਆਨ ਕਰਦੇ ਨੇ, ਤਾਂ ਜੋ ਸਾਡੇ ਅੰਦਰ ਵੀ ਉਹ ਤਲਬ ਪੈਦਾ ਹੋ ਜਾਏ। ਦੀਦਿਆਂ ਤੋਂ ਉਹਦਾ ਦੀਦਾਰ, ਦਰਸ਼ਨ ਤੇ ਬੜੇ ਕੀਤੇ, ਵੇਖਿਆ ਤੇ ਬਹੁਤ ਕੁਝ, ਪਰ ਸਭ ਤੋਂ ਸ੍ਰੇਸ਼ਟ ਸਤਿਗੁਰ ਕਹਿੰਦੇ ਦੀਦਾਰ ਨੇ। ਜੇ ਸਾਹਿਬ ਦਾ ਦੀਦਾਰ ਹੋ ਜਾਏ, ਪਰਵਦਗਾਰ ਅਪਾਰ ਤੂੰ, ਮਾਲਕ ਵਾਹਿਗੁਰੂ ਤੂੰ ਸ੍ਰਿਸ਼ਟੀ ਨੂੰ ਪਾਲਣ ਵਾਲਾ, ਬੜਾ ਅਪਾਰ, ਬੜਾ ਬੇਅੰਤ, ਖੁਦ ਖਸਮ, ਆਪ ਤੂੰ ਖਸਮ ਹੈ, ਵੱਡਾ ਅਤੋਲ, ਜਿਹਨੂੰ ਤੋਲਿਆ ਨਾ ਜਾ ਸਕੇ। ਮੀਰਾਂ ਦਾਨਾ ਦਿਲ ਸੋਚ। ਮੀਰ ਸ਼ਬਦ ਬਣਿਆ ਅਮੀਰ ਤੋਂ। ਅਮੀਰ ਦਾ ਅਰਥ ਹੁੰਦਾ ਸ਼ਾਹ, ਜਿਹਦੇ ਕੋਲ ਕੋਈ ਕਮੀ ਨਹੀਂ। ਦਾਨਾ ਦਾ ਅਰਥ ਹੈ ਸਿਆਣਾ, ਬਜ਼ੁਰਗ। ਦਿਲ ਸੋਚ, ਆ ਸਾਡੇ ਦਿਲਾਂ ਦੀ ਸੋਚ ਨੂੰ, ਅੰਦਰ ਨੂੰ ਜਾਣਨ ਵਾਲਾ, ਜਿਹਨੂੰ ਆਪਾਂ ਅੰਤਰਜਾਮੀ ਕਹਿ ਲਈਏ। ਕਿੰਨੇ ਗੁਰ ਨੇ ਸਤਿਗੁਰੂ ਕਹਿੰਦੇ ਉਸ ਮਾਲਕ ਵਾਹਿਗੁਰੂ ਦੇ। ਤੇ ਐਸਾ ਮਾਲਕ ਵਾਹਿਗੁਰੂ ਦਿਲਾਂ ਦੀ ਜਾਣਦਾ ਹੈ, ਵੱਡਾ ਹੈ, ਅਪਾਰ ਹੈ, ਅਤੋਲ ਹੈ, ਬੜਾ ਸਿਆਣਾ ਹੈ, ਅਲੱਖ ਹੈ। ਤੇ ਜੇ ਐਸੇ ਮਾਲਕ ਦਾ ਦੀਦਾਰ ਹੋ ਜਾਏ, ਇਹਦੇ ਤੋਂ ਵੱਡੀ ਕੋਈ ਗੱਲ ਜੀਵਨ 'ਚ ਨਹੀਂ ਹੋ ਸਕਦੀ। ਕੱਛ ਨਹੀਂ ਇਸ ਕਾ ਮੂਲ, ਇਹਦਾ ਕੋਈ ਮੁੱਲ ਨਹੀਂ। ਫਿਰ ਉਹਨਾਂ ਪਿਆਰਿਆਂ ਨੇ ਕਿਹਾ, ਬਸ ਹੁਣ ਸਾਡੇ ਅੰਦਰ ਕੋਈ ਇੱਛਾ ਨਹੀਂ ਰਹੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕਾ ਇੱਕ ਸਿੱਖ ਸੀ, ਉਹਨੂੰ ਦਿਸਦਾ ਨਹੀਂ ਸੀ। ਬੜੀ ਪਿਆਰੀ ਗਾਥਾਵਾਂ ਪ੍ਰਤੀਕ ਹੁੰਦੇ ਨੇ। ਤੇ ਗੁਰਦੇਵ ਦੀ ਰਹਿਮਤ ਵਰਤੀ, ਚਲੋ ਅੱਜ ਬਖਸ਼ਿਸ਼ ਹੋਈ। ਅੱਜ ਜਦੋਂ ਅੱਖਾਂ 'ਚ ਜੋਤ ਆਈ, ਸਾਹਮਣੇ ਗੁਰੂ ਹਰਗੋਬਿੰਦ ਸਾਹਿਬ, ਗੁਰਦੇਵ ਦੇ ਦਰਸ਼ਨ ਹੋਏ। ਸਤਿਗੁਰੂ ਜੀ ਕਹਿੰਦੇ, ਸਿੱਖਾ ਹੋਰ ਕੁਝ ਚਾਹੁੰਦਾ ਹੈ? ਕਹਿਣ ਲੱਗਾ ਸਤਿਗੁਰੂ, ਬਸ
ਹੁਣ ਅੱਖਾਂ ਪਹਿਲੋਂ ਵਰਗੀਆਂ ਹੋ ਜਾਣ। ਸਾਹਿਬ ਕਹਿੰਦੇ ਹੋਰ ਨਹੀਂ ਕੁਝ ਵੇਖਣਾ। ਕਹਿਣ ਲੱਗਾ ਸਤਿਗੁਰ ਤੁਹਾਨੂੰ ਵੇਖ ਲਿਆ, ਬਸ ਹੋਰ ਵੇਖਣ ਦੀ ਭੁੱਖ ਹੀ ਮਿਟ ਗਈ, ਸਭ ਕੁਝ ਦਿਸ ਗਿਆ। ਮੇਰੇ ਮਾਲਕ, ਮੇਰੇ ਸਤਿਗੁਰੂ, ਤੇਰਾ ਦੀਦਾਰ ਹੋ ਜਾਏ, ਇਹਦੇ ਤੋਂ ਵੱਡਾ ਕੋਈ ਮੁੱਲ ਨਹੀਂ। ਹੁਣ ਕੀਰਤਨ ਰੂਪ ਦੇ ਵਿੱਚ ਵੀ ਤੁਸੀਂ ਦੀਦਾਰ ਕੀਤਾ ਹੀ ਹੈ ਗੁਰੂ ਦਾ। ਕੀਰਤਨ ਕੀ ਹੈ? ਗੁਰੂ ਦਾ ਦੀਦਾਰ ਹੈ, ਰੱਬ ਦਾ ਦੀਦਾਰ ਹੈ। ਵਿਚਾਰ ਕੀ ਹੈ? ਇੱਕ ਹੁੰਦਾ ਅੱਖਾਂ ਨਾਲ ਵੇਖਣਾ, ਜਿਹਨੂੰ ਕਹਿੰਦੇ ਨੇ ਨੇਤਰ ਦਰਸ਼ਨ, ਉਹ ਸੰਸਾਰ ਦਾ ਹੁੰਦਾ। ਆ ਸਰੋਣ ਦਰਸ਼ਨ, ਹੁਣ ਕੰਨਾਂ ਦੇ ਨਾਲ ਦਰਸ਼ਨ ਹੋ ਰਹੇ, ਆ ਸੁਣ ਰਹੇ ਹਨ, ਕੰਨ ਸੁਣਦੇ ਨੇ, ਮਨ ਸਮਝਦਾ, ਫਿਰ ਨਾਲ ਮਾਣਦੇ ਪਏ। ਇਹ ਗੁਰੂ ਦਾ ਦੀਦਾਰ ਹੈ ਜੋ ਆਪਾਂ ਸਾਰੇ ਗੁਰਚਰਨਾਂ ਵਿੱਚ ਬੈਠ ਕੇ ਇਸ ਦੀਦਾਰ ਨੂੰ, ਇਸ ਆਨੰਦ ਨੂੰ ਮਾਣਨ ਦਾ ਯਤਨ ਕਰ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਵਨ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਇਹ ਬੜਾ ਸੋਹਣਾ ਪ੍ਰੋਗਰਾਮ ਵੀਰਾਂ ਨੇ ਉਲੀਕਿਆ ਹੈ, ਆਓ ਆਪਾਂ ਜੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਵਿਚਾਰਦੇ ਪਏ ਹਾਂ। ਕੱਲ੍ਹ ਤੱਕ ਆਪਾਂ 12 ਸ਼ਲੋਕ ਵਿਚਾਰੇ ਸਨ, ਇਹਦੇ ਤੋਂ ਅੱਗੇ ਵਿਚਾਰ ਦੀ ਆਰੰਭਤਾ ਕਰੀਏ। ਸਾਰੇ ਪਿਆਰ ਸਹਿਤ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸੁਖ ਦੁਖ ਜਿਹ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਧਰਮੀ ਕੌਣ ਹੈ? ਗੁਰਮੁਖ ਕੌਣ ਹੈ? ਬ੍ਰਹਮ ਗਿਆਨੀ ਕੌਣ ਹੈ? ਇਹਦੇ ਲੱਛਣ ਸਤਿਗੁਰ ਸਾਨੂੰ ਦੱਸਦੇ ਪਏ ਨੇ, ਬਿਆਨ ਕਰਦੇ ਪਏ ਨੇ, ਕਿਉਂਕਿ ਗੁਰੂ ਕੀ ਬਾਣੀ ਸਾਡੇ ਵਾਸਤੇ ਹੈ। ਜਿੰਨੇ ਵੀ ਸ਼ਲੋਕ ਆਪਾਂ ਪੜ੍ਹਦੇ ਹਾਂ, ਵਿਚਾਰਦੇ ਹਾਂ, ਇਹ ਸਾਡੇ ਜੀਵਨ ਦਾ ਇੱਕ ਬੜਾ ਜ਼ਰੂਰੀ ਇੱਕ ਹਿੱਸਾ ਹੈ। ਗੁਰੂ ਦੇ ਇਹ ਬੋਲ ਬਹੁਤ ਜ਼ਰੂਰੀ ਨੇ ਜੀਵਨ ਵਾਸਤੇ, ਕਿਉਂਕਿ ਸਤਿਗੁਰ ਨੇ ਬਾਣੀ ਉਚਾਰੀ ਹੈ, ਸਾਡੇ ਵਾਸਤੇ ਉਚਾਰੀ ਹੈ। ਅਸੀਂ ਵਰਤਣਾ ਇਹਨਾਂ ਪਾਵਨ ਬੋਲਾਂ ਨੂੰ ਆਪਣੇ ਜੀਵਨ ਦੇ ਅੰਦਰ। ਤੇ ਕੀ ਸਤਿਗੁਰ ਨੇ ਲੱਛਣ ਦੱਸੇ? ਸਮੇਂ ਨੂੰ ਨਾ ਆਪਾਂ ਮਨੁੱਖਾਂ ਨੇ 3 ਹਿੱਸਿਆਂ 'ਚ ਵੰਡਿਆ। ਇੱਕ ਬੀਤਿਆ ਹੋਇਆ ਭੂਤਕਾਲ ਹੈ, ਇੱਕ ਚੱਲ ਰਿਹਾ ਵਰਤਮਾਨ ਹੈ, ਇੱਕ ਆਉਣ ਵਾਲਾ ਭਵਿੱਖ ਹੈ। ਤੇ ਸਾਡੀ ਮਨੁੱਖਾਂ ਦੀ ਇਹ ਵਿਡੰਬਣਾ ਹੈ, ਦੁਖਾਂਤ ਕਹਿ ਲਈਏ। ਆ ਸਾਡਾ ਮਨ ਹੈ ਨਾ ਜਿਹੜਾ, ਉਹ ਕਦੇ ਵੀ ਵਰਤਾਰੇ ਵਰਤਰੇ 'ਚ ਨਹੀਂ ਖਲੋਂਦਾ। ਅਸੀਂ ਜਾਂ ਤੇ ਬੀਤੇ 'ਚ ਹੋਵਾਂਗੇ ਜਾਂ ਸਾਡਾ ਮਨ ਆਉਣ ਵਾਲੇ 'ਚ ਹੋਏਗਾ। ਉਹਦੇ 2 ਨਤੀਜੇ ਸਾਡੇ ਸਾਹਮਣੇ ਆਉਂਦੇ ਨੇ। ਜਿਹੜਾ ਮਨੁੱਖ ਬੀਤੇ 'ਚ ਰਹਿੰਦਾ ਹੈ, ਮਨ ਬਾਰ-ਬਾਰ ਪਿੱਛੇ ਜਾਂਦਾ ਹੈ, ਉਹਦੇ 'ਚੋਂ ਪਛਤਾਵਾ ਪ੍ਰਗਟ ਹੁੰਦਾ। ਆਉਣ ਵਾਲੇ ਦਾ ਬਾਰ-ਬਾਰ ਖਿਆਲ ਆਉਂਦਾ ਹੈ ਵੀ ਹਾਏ ਕੀ ਹੋਏਗਾ, ਉਹਦੇ 'ਚੋਂ ਚਿੰਤਾ ਪੈਦਾ ਹੁੰਦੀ। ਬੀਤੇ ਦਾ ਪਛਤਾਵਾ ਹੈ, ਆਉਣ ਵਾਲੇ ਦੀ ਚਿੰਤਾ ਹੈ। ਮਾਲਕ ਦੇ ਭਾਣੇ 'ਚ ਨਹੀਂ ਵਰਤ ਰਿਹਾ, ਉਹਦੇ ਹੋ ਰਹੇ ਨੂੰ ਸਵੀਕਾਰ ਨਹੀਂ ਕਰ ਰਿਹਾ। ਇਹ ਨਹੀਂ ਕਹਿ ਰਿਹਾ ਵਾਹਿਗੁਰੂ ਜਿਹੜਾ ਵਰਤ ਰਿਹਾ ਉਹ ਬੜਾ ਚੰਗਾ ਹੈ। ਤੇ ਜਿਹਨੇ ਇਹ ਗੱਲ ਕਬੂਲ ਕੀਤੀ ਹੈ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਾਂ ਨਹੀਂ ਬਿਓ। ਕਿੱਡੇ ਸੋਹਣੇ ਗੁਰੂਦੇਵ ਨੇ ਬੋਲ ਕਹੇ ਨੇ। ਜਿਹੜਾ ਕਬੂਲ ਕਰਦਾ, ਵੇਖੋ ਜਿਹੜਾ ਸੰਸਾਰੀ ਬੰਦਾ ਹੁੰਦਾ ਹੈ ਨਾ, ਜਾਂ ਆਪਾਂ ਮਨਮੁਖ ਕਹਿ ਲਈਏ, ਫਰਕ ਇਹੀ ਹੈ। ਸੰਸਾਰੀ ਬੰਦਾ ਰੱਬ ਦੇ ਥੋੜ੍ਹੇ ਥੋੜ੍ਹੇ ਨੂੰ ਕਬੂਲ ਕਰਦਾ, ਸਾਰੇ ਨੂੰ ਨਹੀਂ ਕਬੂਲ ਕਰਦਾ। ਗੁਰਮੁਖ ਜਿਹੜਾ ਹੁੰਦਾ ਹੈ ਉਹ ਸਾਰੇ ਨੂੰ ਇੱਕ ਜਿੱਦਾਂ ਹੋ ਰਿਹਾ ਉਸੇ ਤਰ੍ਹਾਂ ਕਬੂਲ ਕਰਦਾ। ਉਹ ਸਾਰੇ ਨੂੰ ਕਬੂਲ ਕਰ ਲੈਂਦਾ ਤੇ ਸਾਰੇ 'ਚ ਦੁੱਖ ਵੀ ਆ ਜਾਂਦਾ, ਸਾਰੇ 'ਚ ਸੁੱਖ ਵੀ ਆ ਜਾਂਦਾ। ਤੇ ਮਨਮੁਖ ਕੀ ਕਹਿੰਦਾ ਵੀ ਸੁੱਖ ਮਿਲੇ ਇਕੱਲਾ,
ਕੀ ਕਹਿੰਦਾ ਵੀ ਵਾਧਾ ਹੀ ਹੋਏ, ਕੰਮ 'ਚ ਘਾਟਾ ਨਾ ਹੋਏ। ਗੁਰਮੁਖ ਕੀ ਕਹਿੰਦਾ, ਵਾਹਿਗੁਰੂ ਸੁੱਖ ਦਈ, ਦੁੱਖ ਦਈ, ਵਾਧਾ ਦਈ, ਘਾਟਾ ਦਈ, ਕਿਉਂਕਿ ਜੋ ਕੁਝ ਵਾਹਿਗੁਰੂ ਦਿੰਦਾ ਹੈ ਨਾ ਸਾਡੇ ਵਾਸਤੇ ਜ਼ਰੂਰੀ ਹੈ। ਜ਼ਰੂਰੀ ਸੀ ਤਾਂ ਹੀ ਮਾਲਕ ਨੇ ਦਿੱਤੇ। ਜੇ ਦੁੱਖ, ਇਹ ਵੀ ਚਲੋ ਜ਼ਰੂਰੀ ਸੀ, ਜਿਹਨੂੰ ਸਤਿਗੁਰ ਨੇ ਤੇ ਬੜੇ ਕਮਾਲ ਦੇ ਬੋਲ ਕਹੇ ਨੇ, ਪੜ੍ਹਦੇ ਆਪਾਂ ਸੁਣਦੇ ਹਾਂ, ਤੈਨੂੰ ਥੋੜ੍ਹਾ ਜਿਹਾ ਜੀਵਨ ਦੇ ਨੇੜੇ ਕਰਕੇ ਵੇਖਿਆ ਕਰੀਏ। ਦੁੱਖ ਸਾਰੇ ਆਖੋ, ਦੁੱਖ ਦਾਰੂ ਸੁੱਖ ਰੋਗ ਪਿਆ, ਕਿਹਾ ਨਾ ਸਤਿਗੁਰ ਨੇ ਬੋਲ। ਗੁਰਦੇਵ ਜੀ ਕਹਿੰਦੇ ਮਾੜਾ ਨਹੀਂ ਦੁੱਖ, ਇਹ ਵੀ ਦਾਰੂ ਬਣ ਜਾਂਦਾ। ਹੁਣ ਤੁਸੀਂ ਹਿਸਾਬ ਲਾਇਓ, ਇੱਕ ਬੰਦਾ ਲਗਜ਼ਰੀ ਗੱਡੀ ਤੇ ਚੜ੍ਹ ਕੇ ਜਾਂਦਾ ਹੈ, ਇੱਕ ਬੰਦਾ ਸਾਈਕਲ ਤੇ ਜਾ ਰਿਹਾ ਜਾਂ ਤੁਰ ਕੇ ਜਾ ਰਿਹਾ, ਮੁੜਕੋ ਮੁੜਕੀ ਹੋ ਰਿਹਾ, ਕਿੰਨਾ ਦੁੱਖ ਹੈ। ਇੱਕ ਤੁਰ ਕੇ ਜਾ ਰਿਹਾ ਦੁੱਖ ਹੈ, ਇੱਕ ਲਗਜ਼ਰੀ ਗੱਡੀ ਜਾ ਰਿਹਾ ਸੁੱਖ ਹੈ। ਪਰ ਜਿਹੜਾ ਤੁਰ ਕੇ ਜਾ ਰਿਹਾ ਜਾਂ ਸਾਈਕਲ ਚਲਾਉਂਦਾ ਜਾ ਰਿਹਾ, ਉਹਨੂੰ ਬੀਪੀ ਦੇ ਚਾਂਸ ਬੜੇ ਘੱਟ, ਉਹਨੂੰ ਸ਼ੂਗਰ ਵੀ ਨਹੀਂ। ਉਹਦੇ ਦੁੱਖ ਦੇ ਵਿੱਚ ਸੁੱਖ ਛਿਪਿਆ ਤੇ ਇੱਕ ਦੇ ਸੁੱਖ ਦੇ ਪਿੱਛੇ ਰੋਗ ਛਿਪਿਆ ਹੋਇਆ। ਹੁਣ ਤੁਸੀਂ ਹੁਣ ਵੇਖੋ, ਚਲੋ ਜਿੰਨੇ ਬਜ਼ੁਰਗ ਬੈਠੇ ਹੋ, ਅੱਜ ਕੱਲ੍ਹ ਤੇ ਸਾਡੇ ਘਰਾਂ 'ਚ ਕਮਰਿਆਂ ਦੇ ਨਾਲ ਅਟੈਚ ਬਾਥਰੂਮ। ਥੋੜ੍ਹਾ ਜਿਹਾ ਤੁਸੀਂ ਪਿੱਛੇ ਚਲੇ ਜਾਓ, ਬਾਥਰੂਮ ਨਹੀਂ ਸਨ ਹੁੰਦੇ ਅਟੈਚ। ਬੰਦਾ ਤੜਕੇ ਅੰਮ੍ਰਿਤ ਵੇਲੇ ਉੱਠ ਜਾਂਦਾ ਸੀ। ਜਿਹੜਾ ਦੁੱਖ ਸੀ ਉਹ ਦਾਰੂ ਬਣਿਆ ਹੋਇਆ ਸੀ। ਬੰਦਾ ਉੱਠ ਜਾਂਦਾ ਸੀ ਸਹਿਰ। ਅੱਜ ਘਰਾਂ 'ਚ ਅਟੈਚ ਬਾਥਰੂਮ ਨੇ, ਬੰਦਾ ਉੱਠਦਾ 8-10 ਵਜੇ। ਸੁੱਖ ਰੋਗ ਬਣ ਗਏ। ਜੋ ਕੁਝ ਮਾਲਕ, ਗੁਰੂ ਤੇਗ ਬਹਾਦਰ ਜੀ ਕਹਿੰਦੇ, ਕੌਣ ਹੈ ਗੁਰਮੁਖ? ਜਿਹੜਾ ਜੋ ਕੁਝ ਹੋ ਰਿਹਾ ਉਸ ਨੂੰ ਪੂਰਨ ਰੂਪ ਦੇ ਵਿੱਚ ਕਬੂਲ ਕਰਦਾ। ਉਹ ਕਹਿੰਦੇ ਨੇ, ਸਿਆਣਿਆਂ ਨੇ ਗੱਲ ਸਮਝਾਈ ਹੈ। ਅੱਜ ਨਾ ਕਿਸੇ ਡੇਹਰੇ ਦੇ ਮੰਦਰ ਦੇ ਬਾਹਰ ਸਾਰੇ ਪੱਥਰ ਇਕੱਠੇ ਹੋ ਕੇ ਆ ਗਏ ਤੇ ਕਹਿਣ ਲੱਗੇ ਵੀ ਜਿਹੜਾ ਅੰਦਰ ਪੱਥਰ ਹੈ ਉਹ ਵੀ ਤੇ ਸਾਡੇ ਵਰਗਾ ਹੈ, ਇਹਦਾ ਇੰਨਾ ਸਤਿਕਾਰ, ਇਹਦਾ ਇੰਨੀ ਪੂਜਾ, ਇੰਨੇ ਚੜ੍ਹਾਵੇ, ਅੰਦਰ ਵੀ ਤੇ ਹੈ, ਅਸੀਂ ਵੀ ਪੱਥਰ ਹਾਂ, ਇਹ ਬੇਇਨਸਾਫੀ ਸਾਡੇ ਨਾਲ ਕਿਉਂ ਹੈ? ਤੇ ਸਿਆਣੇ ਨੇ ਕਿਹਾ ਵੀ ਇਹ ਬੇਇਨਸਾਫੀ ਨਹੀਂ, ਇਹ ਤਾਂ ਕਰਕੇ ਇਸ ਤਰ੍ਹਾਂ ਕਿਉਂਕਿ ਇਸ ਨੇ ਸੈਣੀਆਂ ਨੂੰ, ਸੱਟਾਂ ਨੂੰ ਸਹਾਰੇ। ਤਰਾਸ਼ਿਆ ਗਿਆ ਨਾ, ਤਰਾਸ਼ਿਆ ਗਿਆ। ਤੁਸੀਂ ਤਰਾਸ਼ੇ ਨਹੀਂ ਗਏ, ਤੁਸੀਂ ਸੱਟਾਂ ਨੂੰ ਨਹੀਂ ਸਹਾਰਿਆ। ਤੇ ਜਿਹੜੀ ਸੱਟ, ਜਿਹੜਾ ਦੁੱਖ ਹੈ ਜੀਵਨ 'ਚ ਵਰਤਾਰਾ, ਕੁਝ ਨਾ ਕੁਝ ਸਾਨੂੰ ਜ਼ਰੂਰ ਦੇ ਕੇ ਜਾਂਦਾ, ਉਹਦੇ 'ਚੋਂ ਪ੍ਰਾਪਤੀ ਹੁੰਦੀ। ਸਤਿਗੁਰੂ ਗੁਰੂ ਤੇਗ ਬਹਾਦਰ ਇਹ ਨਹੀਂ ਕਹਿ ਰਹੇ ਵੀ ਦੁੱਖ ਆਉਂਦਾ ਨਹੀਂ। ਜੇ ਆਪਾਂ ਸੰਸਾਰਿਕ ਦ੍ਰਿਸ਼ਟੀ ਨਾਲ ਵੇਖੀਏ, 2 ਪੁੱਤ ਹੋਣ, ਲੜ ਕੇ ਸ਼ਹੀਦ ਹੋ ਗਏ। 2 ਪੁੱਤ ਅੱਜ ਖਬਰ ਮਿਲੀ ਵੀ ਤੇਰੇ ਖੜ ਕੇ ਨੀਹਾਂ ਸ਼ਹੀਦ ਹੋ ਗਏ, ਤੇ ਸਤਿਗੁਰ ਫਿਰ ਉੱਦਾਂ ਹੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ, ਫਿਰ ਉੱਦਾਂ ਹੀ ਵਰਤਿਆ ਨਾ ਜੀਵਨ 'ਚ। ਪੁੱਤ ਦਾ ਚਲੇ ਜਾਣਾ ਕਿੱਡਾ ਵੱਡਾ ਦੁੱਖ ਹੈ। ਤੇ ਗੁਰੂ ਦੇ ਦਰ ਤੇ ਆ ਕੇ ਹੌਸਲਾ ਰੱਖਿਆ ਕਰੀਏ ਆਪਾਂ ਸਾਰੇ ਵੀ ਇਸ ਤੋਂ ਵੱਡੀ ਘਟਨਾ ਸਾਡੇ ਨਾਲ ਤੇ ਨਹੀਂ ਨਾ ਵਰਤੀ ਹੋਏਗੀ, ਸਾਡੇ ਨਾਲ ਤਾਂ ਨਹੀਂ ਵਰਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਜਿੱਡੀ ਵੱਡੀ ਘਟਨਾ ਤੇਰੇ ਨਾਲ ਵਰਤ ਗਈ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਜਿੱਡੀ ਵੱਡੀ ਘਟਨਾ ਤੇਰੇ ਨਾਲ ਵਰਤੀ ਹੈ ਚਾਂਦਨੀ ਚੌਕ, ਸਾਡੇ ਨਾਲ ਕੀ ਵਰਤਣੀ? ਹੌਸਲਾ ਮਿਲਦਾ ਹੈ, ਚੜ੍ਹਦੀ ਕਲਾ ਮਿਲਦੀ ਹੈ। ਗੁਰੂ ਦੀ ਬਾਣੀ ਨੂੰ, ਇਤਿਹਾਸ ਨੂੰ, ਵਿਚਾਰ ਨੂੰ ਪੜ੍ਹ ਸੁਣ ਕੇ, ਜਿਉ ਮੰਦਰ ਕੋ ਥਾਮੈ ਥਮਣ ਤਿਉ ਗੁਰ ਕਾ ਸ਼ਬਦ ਮਨੇ ਅਸਥਮ। ਮਨ ਨੂੰ ਸਹਾਰਾ ਮਿਲਦਾ ਹੈ। ਤੇ ਜੋਗੀ ਅੱਲਾ ਯਾਰ ਖਾਂ ਨੇ ਕਿਹਾ, ਸਤਿਗੁਰੂ अदा ने कभी तुम्हें संभलने ना दिया था, आराम से पहलू को बदलने ना दिया था, कांटा दिल खुरखू से निकलने ना दिया था, जिस रोज़ लड़ा बड़ा बेसरो सार लड़ा तू, 100 सिंगों को लेकर लाखों पे जा पड़ा तू। किड्डी चढ़ती गल है। ठीक है, संसार च वरते तो मैनूं होर गल चेते आ गई। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਸਾਰੇ ਆਖੋ ਸਤਨਾਮ ਸ਼੍ਰੀ। ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਤੁਰੇ ਸਨ ਦਮਦਮਾ ਸਾਹਿਬ ਤੋਂ, ਕਿਉਂਕਿ ਭਾਈ ਸਾਹਿਬ ਸਿੰਘ ਜੀ ਸ਼ਹੀਦ ਹੋ ਗਏ,
ਹਿੰਮਤ ਸਿੰਘ ਜੀ ਸ਼ਹੀਦ ਹੋ ਗਏ। ਮੋਹਕਮ ਸਿੰਘ ਗੁਰੂ ਨਾਲ ਦੋ ਪਿਆਰੇ ਸਨ। ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਇਹ ਦੋਨੋਂ ਜ਼ਫਰਨਾਮਾ ਲੈ ਕੇ ਗਏ ਸਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਨਿਕਲੇ ਨਾ ਘੋੜੇ 'ਤੇ ਤੁਰੇ ਅੱਗੇ ਨੂੰ, ਤੇ ਕਿਸੇ ਸਾਈਂ ਨੇ ਕਿਹਾ ਸੀ, ਵੇਖੋ ਡੱਲਾ ਨਾ ਮੱਲਾ ਗੋਬਿੰਦ ਸਿੰਘ ਕੱਲਾ, ਵੀ ਕੋਈ ਵੀ ਨਹੀਂ ਰਹਿ ਗਿਆ ਤੇਰੇ ਨਾਲ। ਤੇ ਗੁਰਦੇਵ ਨੇ ਹੱਸ ਕੇ ਕਿਹਾ ਸੀ, ਡੱਲਾ ਨਾ ਮੱਲਾ ਗੋਬਿੰਦ ਸਿੰਘ ਦੇ ਨਾਲ ਅੱਲਾ। ਜਿਹਦੇ ਨਾਲ ਮਾਲਕ ਹੋਏ ਉਹਦਾ ਸਹਾਰਾ ਹੈ, ਉਹਦੇ ਜੀਵਨ 'ਚ ਥਿਰਤਾ ਹੋਏਗੀ, ਅਡੋਲਤਾ ਹੋਏਗੀ, ਸਹਿਜ ਹੋਏਗਾ, ਆਨੰਦ ਹੋਏਗਾ, ਵਿਕਾਸ ਹੋਏਗਾ। ਕੋਈ ਗੱਲ ਨਹੀਂ, ਠੀਕ ਹੈ ਦੁਨੀਆ ਦੇ ਸੰਜੋਗ ਬਣੇ, ਦੁਨੀਆ ਵਿੱਚ ਸੰਜੋਗ ਬਣੇ ਹੋਏ ਵਿਜੋਗ ਵਿੱਚ ਬਦਲ ਗਏ, ਕੋਈ ਮਿਲ ਗਿਆ, ਕੋਈ ਛੁੱਟ ਗਿਆ, ਪਰ ਉਹਦਾ ਸਾਥ ਸਦੀਵੀ ਹੈ ਜੀਵਨ 'ਚ। ਜਿੱਥੇ ਉਹਦਾ ਸਾਥ ਹੈ ਉਹ ਸਹਾਰ ਲੈਂਦਾ, ਸੁੱਖ ਨੂੰ ਵੀ ਦੁੱਖ ਨੂੰ ਵੀ, ਉਹਨੂੰ ਸਭ ਇੱਕੋ ਜਿਹਾ ਲੱਗਦਾ। ਮੈਂ ਬੇਨਤੀ ਕਰਾਂ, ਫਰਕ ਮਿਟ ਜਾਂਦਾ ਹੈ ਗੁਰਮੁਖ ਦੇ ਜੀਵਨ 'ਚ। ਸੁੱਖ ਦੁੱਖ ਮੇਰ ਤੇਰ ਉਸਤਤ ਨਿੰਦਾ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋਊ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਾਂ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਮਾਨ, ਤੈਸਾ ਰੰਗ ਤੈਸਾ ਰਾਜ਼ਾਨ, ਜੋ ਵਰਤਾਏ ਸਾਈ ਜੁਗਤ ਨਾਨਕ, ਉਹ ਪੁਰ ਕਹੀਐ ਜੀਵਨ ਮੁਕਤ। ਸਾਰੇ ਆਖੋ ਨਾਨਕ ਉਹ ਪੁਰ ਕਹੀਐ ਜੀਵਨ ਮੁਕਤ। ਇਹੀ ਜੀਵਨ ਮੁਕਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ, ਜਿੱਥੇ ਦੁੱਖ ਆਇਆ, ਜਿੱਥੇ ਸੁੱਖ ਆਇਆ, ਤੇ ਇਹ ਵੀ ਖਿਆਲ ਰੱਖਿਓ, ਦੁੱਖ ਸੁੱਖ ਬਹੁਤੀ ਅਵਸਥਾ ਮਨ ਦੀ ਹੁੰਦੀ ਹੈ, ਸਰੀਰ ਦੀ ਨਹੀਂ। ਸਰੀਰ ਲੋੜਾਂ ਦਾ ਗੁਲਾਮ ਹੈ। ਪਾਣੀ ਦਾ ਗਲਾਸ ਪੀ ਲਿਆ, ਠੀਕ ਹੋ ਗਿਆ, ਦੋ ਰੋਟੀਆਂ ਖਾ ਲਈਆਂ, ਇਹਨੂੰ ਆਰਾਮ ਮਿਲ ਗਿਆ। ਮਨ ਨੂੰ ਨਹੀਂ ਮਿਲਦਾ ਛੇਤੀ ਕੀਤੇ, ਬਹੁਤ ਡੂੰਘੇ ਚਲੇ ਜਾਂਦੇ ਨੇ। ਤੇ ਵਰਤਾਰਾ ਜਿਹੜਾ ਹੈ ਵਰਤਦਾ ਹੈ ਜੀਵਨ 'ਚ, ਗੁਰਮੁਖ ਪਿਆਰੇ ਨੇ ਸਮਝ ਲਿਆ ਇਸ ਨੂੰ। ਜਿਵੇਂ ਸਮੁੰਦਰ ਦੇ ਉੱਪਰ ਉੱਪਰ ਲਹਿਰਾਂ ਹੋਣਗੀਆਂ ਹੀ ਹੋਣਗੀਆਂ, ਪਰ ਜੇ ਡੂੰਘਾਈ ਤੱਕ ਕੋਈ ਜਾਂਦਾ ਹੈ, ਅੰਦਰ ਡੂੰਘਾ ਤਹਿ ਤੱਕ, ਉੱਥੇ ਬੜੀ ਡੂੰਘੀ ਚੁੱਪ ਹੈ, ਬੜੀ ਡੂੰਘੀ ਸ਼ਾਂਤੀ ਮਿਲ ਜਾਂਦੀ ਹੈ। ਬਹੁਤ ਚੁੱਪ ਉੱਥੇ। ਜਿਹੜਾ ਇਕੱਲਾ ਬਾਹਰ ਮੁਖੀ ਰਹਿ ਗਿਆ, ਬਸ ਬਾਹਰ ਹੀ ਬਾਹਰ ਉਹ ਰਹੇਗਾ। ਤੇ ਜਿਹੜਾ ਡੂੰਘਾ ਚਲਾ ਗਿਆ, ਜਿਹਨੇ ਮੰਨ ਲਿਆ, ਜਿਹੜਾ ਉਸ ਮਾਲਕ ਦੇ ਹੁਕਮ ਭਾਣੇ ਨੂੰ, ਜਿਹਨੂੰ ਭਗਤ ਫਰੀਦ ਜੀ ਕਹਿੰਦੇ ਨੇ, ਬਾਬਾ ਕਬੀਰ ਜੀ ਨੇ ਵੀ ਦੁਹਾਈ ਦਿੱਤੀ ਹੈ, ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੈ ਸੋ ਭਲਾ, ਤਾਂ ਲੱਭੀ ਦਰਬਾਰ। ਬਸ ਦਰਬਾਰ ਲੱਭ ਜਾਣਾ, ਵਾਹ ਭਲਾ ਕਹਿ, ਉਹਨੂੰ ਪਾਇਆ ਤੈਨੂੰ ਵੀ ਪਾ ਜਾਏ। ਸੁੱਖ ਦੁੱਖ ਜੇ ਪਰਸੈ ਨਹੀਂ, ਜਿਹਨੂੰ ਸਪਰਸ਼ ਨਹੀਂ ਕਰਦਾ, ਛੂੰਹਦਾ ਨਹੀਂ, ਆਇਆ ਜ਼ਰੂਰ, ਉੱਤੇ ਉੱਤੇ ਰੱਖਿਆ ਉਹਨੇ ਬਸ। ਜਿਹਨੇ ਸਪਰਸ਼ ਨਹੀਂ ਕਰਨ ਦਿੱਤਾ, ਗਹਿਰਾ ਨਹੀਂ ਲੈ ਕੇ ਗਿਆ, ਬਾਰ ਬਾਰ ਉਹਦਾ ਚਿੰਤਨ ਨਹੀਂ ਕੀਤਾ, ਸਾਹਿਬ ਜੀ ਕਹਿੰਦੇ, ਫਿਰ ਕੀ ਹੁੰਦਾ ਹੈ? ਲੋਭ ਮੋਹ ਅਭਿਮਾਨ। ਇੱਕ ਸਤਿਗੁਰ ਨੇ ਕਿਹਾ ਲੋਭ ਹੁੰਦਾ ਹੈ ਅਪ੍ਰਿਆਪਤ ਵਸਤੂਆਂ ਦੀ ਪ੍ਰਾਪਤੀ 'ਚ ਹੀ ਲੱਗਾ ਰਹਿਣਾ ਜੀਵਨ। ਬਹੁਤ ਵਾਰ ਅਸੀਂ ਇਕੱਠਾ ਕਰ ਲੈਂਦੇ ਹਾਂ, ਖਾਣ ਦਾ ਮੌਕਾ ਹੀ ਨਹੀਂ ਮਿਲਦਾ। ਇਕੱਠਾ ਕਰਦੇ ਜ਼ਿੰਦਗੀ ਲੰਘ ਗਈ, ਜੋੜਦੇ ਲੰਘ ਗਈ, ਖਾਣ ਦਾ ਵਕਤ ਹੀ ਨਹੀਂ ਮਿਲਿਆ। ਘਰ ਬਣਾਉਂਦੇ ਹੀ ਰਹਿ ਗਿਆ, ਰਹਿਣ ਦਾ ਵਕਤ ਹੀ ਨਹੀਂ ਮਿਲਿਆ। ਹੁੰਦਾ ਬਹੁਤ ਵਾਰ ਇਸੇ ਤਰ੍ਹਾਂ। ਅਪ੍ਰਿਆਪਤ ਦੀ ਪ੍ਰਾਪਤੀ, ਬਸ ਉਹਨੂੰ ਹੀ ਫੜਦਾ ਰਿਹਾ, ਉਹਨੂੰ ਹੀ ਫੜਦਾ ਰਿਹਾ। ਤੇ ਸਾਡੇ ਮਨ ਦਾ ਇੱਕ ਸੁਭਾਅ ਹੈ ਗੁਰਮੁਖੋ, ਜਿਹੜੀ ਚੀਜ਼ ਮਿਲ ਜਾਂਦੀ ਹੈ ਇਹਨੂੰ ਫਿੱਕੀ ਹੋ ਜਾਂਦੀ ਹੈ, ਉਹ ਬੇਰਸੀ ਹੋ ਜਾਂਦੀ, ਫਿਰ ਦੂਜੀ ਪਿੱਛੇ ਭੱਜ ਤੁਰੇ। ਸਹਿਸ ਖਟੇ ਲੱਖ ਕੋ ਉਠ ਤਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਲੋਭ ਦੀ ਵਸਤਾ। ਇੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਜੀਵਨ ਦੀ ਬੜੀ ਪਿਆਰੀ ਗੱਲ ਹੈ। ਤੇ ਲੋਭੀ ਬੰਦਾ ਕਦੇ ਨਹੀਂ ਰੱਜਦਾ। ਆ ਸਤਿਗੁਰ ਜਦੋਂ ਗਏ ਮਾਲਵੇ ਨੂੰ, ਹੁਣ ਭੇਟਾਵਾਂ ਆਉਂਦੀਆਂ ਸਨ ਗੁਰੂ ਕੋਲ, ਤੇ ਬੜੀ ਲੋੜ ਸੀ ਇਸ ਇਲਾਕੇ 'ਚ ਪਾਣੀ ਦੀ। ਧਰਤੀ ਵੀ ਇਸ ਤਰ੍ਹਾਂ ਦੀ ਜ਼ਿਆਦਾ ਉਪਜਾਊ ਨਹੀਂ ਸੀ। ਸਾਹਿਬ ਨੇ ਬਾਗ ਵੀ ਲਵਾਏ, ਰੁੱਖ ਵੀ ਲਵਾਏ। ਤੇ ਸਤਿਗੁਰੂ
ਗੁਰੂ ਤੇਗ ਬਹਾਦਰ ਸਾਹਿਬ ਜਦੋਂ ਨਗਰ 'ਚ ਰੁਕੇ ਨੇ ਧਮਧਾਣ ਦੇ ਲਾਗੇ, ਭੇਟਾ ਆਈ ਨਾ, ਤੇ ਸਤਿਗੁਰੂ ਨੇ ਇੱਕ ਮਸੰਦ ਸੀ, ਉਹਨੂੰ ਕਿਹਾ ਵੀ ਇਹ ਭੇਟਾ ਤੂੰ ਰੱਖ, ਪਰ ਤੇਰੀ ਨਹੀਂ ਹੈ। ਇੱਦਾਂ ਕਰੀ, ਦੋ ਕੰਮ ਕਰਨਾ ਇਸ ਮਾਇਆ ਨਾਲ, ਇੱਕ ਤੇ ਖੂਹ ਲਵਾਈ, ਇੱਕ ਬਾਗ ਲਵਾਈ, ਵੀ ਸਭ ਦਾ ਭਲਾ ਹੋਏ। ਹੁਣ ਕਈ ਵਾਰ ਨਾ ਲੋਭੀ ਬੰਦਾ ਧਰਮ ਵੀ ਕਮਾਉਣਾ ਚਾਹੁੰਦਾ, ਆਪਣਾ ਸਵਾਰਥ ਵੀ ਨਹੀਂ ਛੱਡਣਾ ਚਾਹੁੰਦਾ। ਸਤਿਗੁਰੂ ਨੇ ਕਿਹਾ ਖੂਹ ਲਵਾਈ ਤੇ ਬਾਗ ਲਵਾਈ। ਹੁਣ ਸਤਿਗੁਰੂ ਤੈਨੂੰ ਤੇ ਲੋਭ ਨਹੀਂ ਹੈ, ਗੁਰੂ ਨੂੰ ਤੇ ਮੋਹ ਕੋਈ ਨਹੀਂ ਹੈ। ਸਤਿਗੁਰ ਅੱਗੇ ਰਵਾਨਾ ਹੋ ਗਿਆ। ਹੁਣ ਉਹਨੇ ਕੀ ਕੀਤਾ, ਕਹਿਣ ਲੱਗਾ ਸਤਿਗੁਰੂ ਨੇ ਕਿਹਾ ਵੀ ਖੂਹ ਲਵਾਉਣਾ, ਚੱਲ ਆਪਣੇ ਖੇਤਾਂ 'ਚ ਹੀ ਲਵਾ ਲੈ। ਗੁਰੂ ਦਾ ਹੀ ਬੋਲ ਹੈ। ਤੇ ਬਾਗ ਲਵਾਉਣਾ ਹੈ, ਉਹ ਵੀ ਆਪਣੇ ਖੇਤਾਂ 'ਚ। ਖੂਹ ਪੁੱਟਦਾ, ਬੰਦੇ ਲਾਏ, ਫਿਰ ਡਿੱਗ ਗਿਆ, ਫਿਰ ਲਾਏ, ਫਿਰ ਮਿੱਟੀ ਗਿਰ ਗਈ, ਢਿੱਗਾਂ ਡਿੱਗ ਗਈਆਂ, ਡਿੱਗਦੀਆਂ ਉਹ ਢੱਠਾ ਖੂਹ ਹੈ, ਉਹ ਖੂਹ ਪੂਰਾ ਹੀ ਨਹੀਂ ਹੋਇਆ। ਲੋਭੀ ਬੰਦਾ ਢੱਠੇ ਖੂਹ ਵਰਗਾ ਹੈ, ਉਹ ਕਦੇ ਪੂਰਾ ਹੁੰਦਾ ਹੀ ਨਹੀਂ। ਵੈਰਾਨਗੀ ਰਹੇਗੀ ਉੱਥੇ, ਡਰ ਰਹੇਗਾ ਉੱਥੇ। ਸਤਿਗੁਰੂ ਨੇ ਦੱਸ ਦਿੱਤਾ ਇਸ਼ਾਰੇ ਨਾਲ ਕਲਾ ਵਰਤਾ ਕੇ, ਵੀ ਜਿੱਥੇ ਲੋਭ ਆ ਗਿਆ ਨਾ, ਉਹ ਢੱਠੇ ਖੂਹ ਵਰਗਾ, ਨਾ ਕਿਸੇ ਦਾ ਸਵਾਰਨਾ, ਨਾ ਆਪਣਾ ਸਵਾਰਨਾ ਉਸਨੇ ਕਦੇ। ਜਿੱਥੇ ਇਹ ਚੀਜ਼ ਮੁੱਕ ਜਾਂਦੀ, ਲੋਭ ਕੋਈ ਨਹੀਂ। ਸਤਿਗੁਰ ਕਹਿਣ ਲੱਗੇ ਨਾਲ ਦੀ ਨਾਲ ਜਿੱਥੇ ਮੋਹ ਵੀ ਨਹੀਂ ਹੈ। ਇਹ ਚੀਜ਼ਾਂ ਨੇ ਗੁਰਮੁਖ ਦੀ ਨਿਸ਼ਾਨੀ, ਬੜੀ ਅੰਤਰੀਵ ਬਰੀਕ ਨਿਸ਼ਾਨੀਆਂ ਸਤਿਗੁਰ ਸਾਨੂੰ ਦੱਸਦੇ ਨੇ। ਜਿੱਥੇ ਮੋਹ ਨਹੀਂ, ਮੋਹ ਨੇ ਕਿਹਾ ਸੀ ਵੀ ਪੁੱਤਾਂ ਨੂੰ ਗੱਦੀ ਦਿੱਤੀ ਜਾਏ, ਗੁਰਦੇਵ ਕਹਿੰਦੇ ਨਹੀਂ, ਸੇਵਕ ਨੂੰ ਮਿਲਣੀ। ਮੋਹ ਵਾਲਿਆਂ ਨੇ ਕਿਹਾ ਵੀ ਸ਼੍ਰੀ ਚੰਦ ਵੀ ਹੈ, ਲక్ష్ਮੀ ਚੰਦ ਵੀ ਹੈ, ਤੇ ਪ੍ਰੇਮ ਵਾਲਾ ਬਾਬਾ ਕਹਿੰਦਾ ਨਹੀਂ, ਮੇਰਾ ਭਾਈ ਲੈਣਾ ਹੈ। ਮੋਹ ਆਉਂਦਾ ਸਭਨਾਂ ਕੋਲ ਵਪਾਰ ਕਰਨ ਵਾਸਤੇ। ਮੋਹ ਵਾਲਿਆਂ ਨੇ ਕਿਹਾ ਹੋਏਗਾ ਪੁੱਤ ਬਚਾਲਾ, ਤੇ ਪ੍ਰੇਮ ਵਾਲਾ ਕਹਿਣ ਲੱਗਾ ਨਹੀਂ, ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ। ਮੋਹ ਨਹੀਂ ਰਹਿੰਦਾ ਉੱਥੇ। ਮੋਹ ਦਾ ਅਰਥ ਹੁੰਦਾ ਦਾਇਰਾ ਸੀਮਤ ਬੜਾ ਹੈ। ਤੇ ਮੋਹ ਦਾ ਬੱਝਾ ਬੰਦਾ ਪਰਿਵਾਰ ਨੂੰ ਹੀ ਸੰਸਾਰ ਸਮਝਦਾ ਹੈ। ਪ੍ਰੇਮ ਦੇ ਵਿੱਚ ਗੁੰਦਿਆ ਹੋਇਆ ਪਿਆਰਾ ਸਾਰੀ ਦੁਨੀਆ ਨੂੰ ਹੀ ਆਪਣਾ ਪਰਿਵਾਰ ਸਮਝ ਲੈਂਦਾ। ਇੱਕ ਵਾਸਤੇ ਸਾਰੀ ਦੁਨੀਆ ਹੀ ਪਰਿਵਾਰ ਹੈ, ਇੱਕ ਵਾਸਤੇ ਆਪਣਾ ਪਰਿਵਾਰ ਹੀ ਸਾਰਾ ਸੰਸਾਰ ਹੈ। ਦਾਇਰਾ ਬੜਾ ਛੋਟਾ ਹੈ। ਜਿੱਥੇ ਇਹ ਮੋਹ ਨਹੀਂ, ਲੋਭ ਨਹੀਂ, ਸੁੱਖ ਦੁੱਖ ਜਿੱਥੇ ਆਏ ਜ਼ਰੂਰ, ਪਰ ਸਪਰਸ਼ ਨਹੀਂ ਕਰ ਸਕੇ ਅੰਦਰ ਦੇ ਆਨੰਦ ਖੇੜੇ ਨੂੰ। ਤੇ ਜਿੱਥੇ ਅਭਿਮਾਨ ਨਹੀਂ, ਹੰਕਾਰ ਜਿਹਨੂੰ ਆਪਾਂ ਕਹਿ ਲਈਏ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ 1 ਕੁਇੰਟਲ ਦੁੱਧ ਹੈ, ਥੋੜ੍ਹੀਆਂ ਜੀਆਂ ਬੂੰਦਾਂ ਕਾਂਜੀ ਦੀਆਂ ਪਾ ਦੀਏ, ਖਰਾਬ ਹੋ ਜਾਂਦਾ। ਅਭਿਮਾਨ ਹੰਕਾਰ ਹੈ, ਹਰੇਕ ਚੀਜ਼ ਨੂੰ ਵਿਗਾੜ ਦਿੰਦਾ। ਜਪ ਤਪ ਨੂੰ ਵਿਗਾੜ ਦਿੰਦਾ, ਸੇਵਾ ਨੂੰ ਵੀ ਵਿਗਾੜ ਦਿੰਦਾ, ਕੀਤੇ ਚੰਗੇ ਕਰਮਾਂ ਨੂੰ ਵੀ ਵਿਗਾੜ ਦਿੰਦਾ। ਜਦੋਂ ਇਹ ਅਭਿਮਾਨ ਆ ਜਾਂਦਾ, ਮੈਂ ਆ ਜਾਂਦੀ ਜਦੋਂ ਜੀਵਨ 'ਚ, ਤੇ ਜਿੱਥੇ ਇਹ ਨਿਕਲ ਗਿਆ ਅਭਿਮਾਨ, ਨਿਕਲ ਗਏ ਇਹ ਦੋਖ, ਫਿਰ ਕਹੋ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਸੋ ਇੱਕ ਵਚਨ ਹੈ ਬਾਣੀ 'ਚ, ਸੇ ਬਾਣੀ 'ਚ ਬਹੁ ਵਚਨ ਵਾਸਤੇ ਆਉਂਦਾ ਹੈ। ਸੋ ਦਾ ਅਰਥ ਹੈ ਉਹ ਭਗਵਾਨ ਹੈ, ਰੱਬ ਵਰਗਾ ਹੋ ਜਾਂਦਾ ਹੈ, ਰੱਬ ਦਾ ਪਿਆਰਾ। ਕਿਉਂਕਿ ਜਿਹੜਾ ਸੁਭਾਅ ਅਕਾਲ ਪੁਰਖ ਦਾ ਹੈ, ਵਾਹਿਗੁਰੂ ਦਾ ਹੈ, ਉਹ ਰੱਬ ਦੇ ਪਿਆਰੇ ਦਾ ਸੁਭਾਅ ਬਣ ਜਾਂਦਾ ਹੈ। ਅਕਾਲ ਪੁਰਖ ਨੂੰ ਕੋਈ ਸੁੱਖ ਦੁੱਖ ਥੋੜ੍ਹਾ ਪਾਉਂਦਾ। ਸਦਾ ਇੱਕੋ ਜਿਹਾ ਹੈ ਅਕਾਲ ਪੁਰਖ। ਤੇਰੇ ਘਰ ਆਨੰਦ ਵਾਧਾਈ ਤੁਧ ਕਰ। ਦੁਨੀਆ 'ਚ ਕੋਈ ਐਸਾ ਘਰ ਨਹੀਂ ਹੋਏਗਾ। ਬਸ ਮਾਲਕ ਤੇਰਾ ਹੀ ਘਰ, ਤੇਰਾ ਹੀ ਉਹ ਦਰ ਇਸ ਤਰ੍ਹਾਂ ਦਾ ਹੈ, ਜਿੱਥੇ ਸਦਾ ਆਨੰਦ ਹੈ, ਸਦਾ ਵਧਾਈ ਹੈ, ਸਦਾ ਪਿਆਰ ਹੈ, ਸਦਾ ਨਿਮਰਤਾ ਹੈ। ਐਸਾ ਜਿਹੜਾ ਰੱਬ ਦਾ ਪਿਆਰਾ, ਉਹ ਵੀ ਫਿਰ ਰੱਬ ਨੂੰ ਜਿਉਣ ਲੱਗ ਪੈਂਦਾ, ਤੇ ਰੱਬ ਤੋਂ ਉਹ ਬਾਹਰ ਨਹੀਂ ਹੈ। ਉਸਤਤ ਨਿੰਦਿਆ ਨਾਹੀਂ ਜੇ, ਕੰਚਨ ਲੋ ਸਮਾਨ। ਉਸਤਤ ਤੇ ਨਿੰਦਿਆ, ਜੇ ਆਪਾਂ ਉਸਤਤ ਨੂੰ ਵੇਖੀਏ, 3 ਪ੍ਰਕਾਰ ਨੇ, 3 ਪ੍ਰਕਾਰ ਦੀਆਂ ਇਹਦੀਆਂ ਸ਼੍ਰੰਖਲਾਵਾਂ ਮਿਲ ਜਾਂਦੀਆਂ ਨੇ। ਸਤਿਗੁਰੂ ਨੇ ਇੱਕ ਨੂੰ ਕਬੂਲ ਕੀਤਾ, ਦੋਵਾਂ ਨੂੰ ਨਹੀਂ ਕਬੂਲ ਕੀਤਾ।
ਬਹੁਤ ਵਾਰ ਮਾਲਕ ਦਿੰਦਾ ਦਿਲ ਖੋਲ ਕੇ, ਸਾਡੇ ਕੋਲੋਂ ਕਈ ਵਾਰ ਸਾਂਭਿਆ ਨਹੀਂ ਜਾਂਦਾ। ਕੋਈ ਧਨ ਹੈ, ਕੋਈ ਗਿਆਨ ਲਾ ਲਈਏ, ਕੋਈ ਸੁੰਦਰਤਾ ਲਾ ਲਈਏ, ਕੋਈ ਕਲਾ ਲਾ ਲਈਏ, ਕੁਝ ਵੀ ਸਕਿੱਲ ਆਏ ਸਾਡੇ, ਕੁਝ ਵੀ ਹੋਏ, ਜਦੋਂ ਵਿਗੜਦਾ ਹੈ, ਇਹਨਾਂ ਵਿੱਚ ਵਿਗਾੜ ਪੈਂਦਾ ਹੈ, ਉਹ ਹੰਕਾਰ ਕਰਕੇ ਪੈਂਦਾ ਹੈ। ਹੰਕਾਰ ਆਪਣੀ ਉਸਤਤ ਕਰਾਉਣੀ ਚਾਹੁੰਦਾ ਹੈ, ਉੱਥੇ ਮੈਂ ਪ੍ਰਧਾਨ ਹੋ ਜਾਂਦੀ ਹੈ। ਹਰੇਕ ਚੀਜ਼ ਚੋਂ ਮੈਂ ਲੱਭਦਾ ਹੈ। ਰੱਬ ਦਾ ਪਿਆਰਾ ਵੀ ਬੜਾ ਕੁਝ ਹੈ, ਰੱਬ ਦੇ ਪਿਆਰੇ ਮਾਲਕ ਦੇ ਪਿਆਰੇ ਨੇ ਹਰੇਕ ਵਿੱਚੋਂ ਉਹਨੂੰ ਵੇਖ ਲਿਆ। ਜੋ ਕੁਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਠੀਕ ਹੈ, ਲੋਕ ਕਹਿੰਦੇ ਨੇ ਕਬੀਰ ਕਬੀਰ, ਭਗਤ ਜੀ ਕਹਿੰਦੇ ਮੈਂ ਤੇ ਕੁਝ ਕੀਤਾ ਨਹੀਂ, ਜੋ ਕੁਝ ਕੀਤਾ ਮੇਰੇ ਹਰੀ ਮਾਲਕ ਨੇ ਕੀਤਾ। ਉੱਥੇ ਆਪਣੀ ਉਸਤਤ ਨਹੀਂ ਆਉਣ ਦਿੱਤੀ। ਜਦੋਂ ਉਸਤਤ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਉਸਤਤ ਨਹੀਂ ਕੀਤੀ ਵੀ ਮੈਂ ਵੱਡਾ ਹਾਂ, ਸਗੋਂ ਸਤਿਗੁਰ ਵੱਡਾ ਤੇ ਛੁਪ ਜਾਇਆ ਕਰਦਾ। ਆ ਛੁਪ ਗਏ ਨਾ ਬਕਾਲੇ ਦੀ ਧਰਤੀ 'ਚ, ਜਿਹੜੇ ਬੈਠੇ ਸਨ ਵੱਡੇ ਵੱਡੇ, ਉਹ ਬਹੁਤ ਛੋਟੇ ਸਨ। ਤੇ ਤੁਸੀਂ ਵੇਖਿਓ, ਕੀਮਤੀ ਚੀਜ਼ ਹਮੇਸ਼ਾ ਲੁਕੀ ਹੁੰਦੀ ਹੈ। ਹੀਰਾ ਲੁਕਿਆ ਹੋਇਆ ਕਿੱਥੇ, ਪੱਥਰਾਂ ਨੂੰ ਪਹਾੜਾਂ ਨੂੰ ਖੋਜ ਕੇ ਲੱਭਣਾ ਪੈਂਦਾ। ਕੀਮਤੀ ਚੀਜ਼ਾਂ, ਬਦਾਮ ਕਿੱਡਾ ਕੀਮਤੀ ਹੈ, ਹੁਣ ਉਹਨੂੰ ਲੁਕੋਇਆ ਹੋਇਆ ਇੱਕ ਸਖਤ ਛਿੱਲੜ ਦੇ ਵਿੱਚ। ਹਰੇਕ ਕੀਮਤੀ ਚੀਜ਼ ਛੁਪੀ ਹੁੰਦੀ ਹੈ। ਹਰੇਕ ਵਡਿਆਈ ਨਿਮਰਤਾ ਦੇ ਨਾਲ ਟਕੀ ਹੁੰਦੀ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ, ਸਭ ਤੇ ਉੱਚਾ। ਸਾਹਿਬ ਨੇ ਕਿਹਾ ਸੀ ਮੱਖਣ ਸ਼ਾਹ ਬਸ ਚੁੱਪ ਕਰ ਜਾ। ਨਹੀਂ ਸਤਿਗੁਰੂ, ਸਿੱਖ ਨੂੰ ਵੀ ਕਈ ਵਾਰ ਰੌਲਾ ਪਾਉਣਾ ਪੈਂਦਾ, ਚੁੱਪ ਕਰੇ ਸਿੱਖ ਬਹੁਤ ਵਾਰ। ਪਰ ਜਦੋਂ ਗੁਰੂ ਦੀ ਵਡਿਆਈ ਦਾ ਮਸਲਾ ਆਇਆ, ਭੁੱਲੀਏ ਸੰਗਤੇ ਸੁਨਹੁ ਦੇ ਕਾਨ, ਗੁਰੂ ਲੱਦਾ ਹੈ ਮਹਾ ਮਹਾਨ, ਗੁਰ ਲਾਦੋ ਰੇ ਗੁਰ ਲਾਦੋ ਰੇ ਗੁਰ ਲਾਦੋ ਰੇ। ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਦੇ ਨਹੀਂ, ਗੁਰਦੇਵ ਨੇ ਨਹੀਂ ਆਪਣੀ ਉਸਤਤ ਦੀ ਗੱਲ ਨਹੀਂ ਕੀਤੀ। ਦੱਸਿਆ ਸਭ ਤੋਂ ਪਹਿਲੋਂ ਗੁਰੇਜ਼ ਕਰੀਏ ਆਪਣੀ ਉਸਤਤ ਤੋਂ, ਸਭ ਤੋਂ ਪਹਿਲਾਂ। ਦੂਸਰਾ ਗੁਰੇਜ਼ ਦੁਨੀਆ ਦੀ ਉਸਤਤ। ਦੁਨੀਆ ਦੀ ਉਸਤਤ ਵੀ ਬੜੀ ਵੱਡੀ ਰੁਕਾਵਟ ਕਰਦੀ ਹੈ। ਸਤਿਗੁਰ ਨੇ ਕਿਹਾ ਨਾ ਬਾਣੀ 'ਚ, ਦੁਨੀਆ ਨਾ ਸਾਲਾਹ ਜੋ ਮਰ ਵੰਜਸੀ। ਜਿਹੜੀ ਚੀਜ਼ ਚਲਾਏ ਮਾਣ ਹੈ ਉਹ ਸਲੋਹਣ ਯੋਗ ਨਹੀਂ ਹੈ, ਵਰਤਣ ਯੋਗ ਹੈ। ਧਿਆਨ ਦੇਣਾ, ਸੰਸਾਰ ਬਿਨ ਸੰਹਾਰ ਹੈ, ਵਰਤਣ ਯੋਗ ਹੈ। ਧਨ ਪਦਾਰਥ ਵਰਤਣ ਯੋਗ, ਨਿੰਦਣਾ ਵੀ ਨਹੀਂ ਹੈ। ਗੁਰਮੁਖ ਪਿਆਰਾ ਨਿੰਦਾ ਵੀ ਨਹੀਂ ਹੈ ਕਿਸੇ ਦੀ। ਪਰ ਇਹ ਹਕੀਕਤ ਹੈ, ਦੁਨੀਆ ਨਾ ਸਾਲਾ ਜੋ ਮਰ ਵੰਜਸੀ, ਲੋਕਾ ਨਾ ਸਾਲਾ ਜੋ ਮਰ ਖਾਕ ਥੀ। ਨਾ ਸਲਾਈ, ਦੁਨੀਆ ਨੂੰ ਨਾ ਸਲਾਈ। ਹਾਂ, ਵਾਹ ਮੇਰੇ ਸਾਹਿਬ ਵਾਹ, ਉਹ ਮਾਲਕ ਨੂੰ ਵਾਹ ਵਾਹ ਕਹਿ ਦੇ। ਗੁਰਮੁਖ ਸਦਾ ਸਲਾਈ ਹੈ, ਸੱਚਾ ਬੇਪਰਵਾਹ। ਸਲਾਉਣਾ ਹੈ ਉਸਤਤ ਮਨ ਮੈਂ ਕਰ ਨਿਰੰਕਾਰ। ਦੋ ਉਸਤਤਾਂ ਗੁਰਦੇਵ ਨੇ ਕਬੂਲ ਨਹੀਂ ਕੀਤੀਆਂ, ਇੱਕ ਆਪਣੀ, ਇੱਕ ਦੁਨੀਆ ਦੀ। ਕਿਉਂਕਿ ਆਪਣੀ ਉਸਤਤ ਬੰਦਾ ਹੰਕਾਰ ਨਾਲ ਕਰਦਾ, ਦੁਨੀਆ ਦੀ ਉਸਤਤ ਕਿਸੇ ਖੁਦਗਰਜ਼ੀ ਨਾਲ ਕਰਦਾ, ਤੇ ਮਾਲਕ ਦੀ ਉਸਤਤ ਆਨੰਦ ਨਾਲ ਕੀਤੀ ਜਾਂਦੀ ਹੈ। ਮਾਲਕ ਦੀ ਉਸਤਤ ਵਿਗਾਸ ਪੈਦਾ ਕਰਦੀ, ਮੁਥਾਜ਼ੀ ਨਹੀਂ ਪੈਦਾ ਕਰਦੀ। ਕਿਸੇ ਨੂੰ ਬੰਦਾ ਡਰ ਕਰਕੇ ਵੀ ਸਲਾਉਂਦਾ ਹੈ, ਮਾਲਕ ਨੂੰ ਸਾਹਿਬ ਜੀ ਕਹਿੰਦੇ ਉਹਦੀ ਵਡਿਆਈ, ਉਹਦੀ ਸਿਫਤ, ਉਹਦੇ ਗੁਣਾ, ਜੋ ਕੁਝ ਦਿੱਤਾ ਹੈ ਉਹਦੇ ਸ਼ੁਕਰਾਨੇ ਦੇ ਰੂਪ ਦੇ ਵਿੱਚ ਤੂੰ ਸਲਾਉਣਾ ਉਸ ਕਰਦੇ। ਸਦਾ ਸਲਾਹੀ ਕਰਤੇ ਕਾਲ ਪੁਰਖ ਨੂੰ। ਤੇ ਜਿੱਥੇ ਉਸਤਤ ਆਪਣੀ ਮਿਟ ਜਾਏ, ਕਿਉਂਕਿ ਸਾਡੀ ਆਦਤ ਹੈ, ਹੁਣ ਸਤਿਗੁਰ ਨੇ ਦੋ ਸ਼ਬਦ ਵਰਤੇ ਨੇ, ਉਸਤਤ ਤੇ ਨਿੰਦਿਆ। ਜ਼ਿਆਦਾਤਰ ਉਸਤਤ ਆਪਣੀ ਚੰਗੀ ਲੱਗੀ, ਨਿੰਦਿਆ ਦੂਜੇ ਦੀ ਚੰਗੀ ਲੱਗਦੀ। ਗੁਰਮੁਖ ਪਿਆਰਾ ਦੋਨਾਂ ਤੋਂ ਗੁਰੇਜ਼ ਕਰਦਾ। ਮੈਂ ਪਹਿਲਾਂ ਬੇਨਤੀ ਕੀਤੀ, ਨਿੰਦਦਾ ਵੀ ਕਿਸੇ ਨੂੰ ਨਹੀਂ ਹੈ। ਇੱਥੋਂ ਤੱਕ ਬਾਬਾ ਫਰੀਦ ਜੀ ਕਹਿੰਦੇ ਦੁਨੀਆ ਨੂੰ ਹੋਰ ਚੀਜ਼ਾਂ ਛੱਡ, ਹੁਣ ਮਿੱਟੀ ਦੀ ਕੀ ਵੈਲਿਊ ਹੈ।
ਖਾਕ ਦੀ ਕੀ ਵੈਲਿਊ ਹੈ? ਕੁਝ ਵੀ ਨਹੀਂ। ਤੇ ਭਲਿਆ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਨਿੰਦੀ ਨਾ ਤੂੰ ਕਦੇ। ਫਰੀਦਾ, ਬਾਬਾ ਫਰੀਦ ਨੇ ਕਿਹਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਤੇ ਹੋਰ ਗੱਲ ਯਾਦ ਰੱਖਿਓ, ਬੰਦਾ ਨਿੰਦਿਆ ਕਿਸੇ ਕੋਲੋਂ ਡਰ ਨਿੰਦਾ ਪੈਦਾ ਕਰਦੀ ਹੈ। ਜਦੋਂ ਵੀ ਬੰਦਾ ਕਿਸੇ ਕੋਲੋਂ ਡਰਦਾ ਹੈ ਨਾ, ਉਹਦੀ ਨਿੰਦਾ ਜ਼ਰੂਰ ਕਰਦਾ, ਕਿਉਂਕਿ ਵੈਸੇ ਤੇ ਤਾਕਤ ਨਹੀਂ ਉਹਦੇ ਬਰਾਬਰ ਹੋਣ ਦੀ, ਉਹਦੇ ਵਰਗਾ ਹੋਣ ਦੀ। ਜਦੋਂ ਸੜਦਾ ਹੈ ਕਿਸੇ ਤੋਂ, ਡਰਦਾ ਹੈ ਬੰਦਾ, ਉਹਦੀ ਨਿੰਦਿਆ ਕਰਦਾ ਹੈ। ਹੁਣ ਮਿੱਟੀ ਤੋਂ ਡਰਦੇ ਸੱਜ ਜਾਣੇ ਹੋ ਆਪਾਂ ਸਾਰੇ ਹਾਂ। ਕਿਉਂ? ਕਿਉਂਕਿ ਪਤਾ ਇੱਕ ਦਿਨ ਇਹਨੇ ਸਿਰ ਦੇ ਉੱਤੇ ਆ ਹੀ ਜਾਣਾ। ਬਾਬਾ ਫਰੀਦ ਜੀ ਵੇਖੋ, ਰੱਬ ਦੇ ਪਿਆਰੇ ਦੇ ਜੀਵਨ 'ਚ ਨਿੰਦਾ ਨਹੀਂ ਰਹਿ ਜਾਂਦੀ। ਇੱਥੋਂ ਤੱਕ ਖਾਕ ਦੀ ਵੀ, ਜਿਹਨੂੰ ਆਪਾਂ ਮਿੱਟੀ ਸਮਝਦੇ ਹਾਂ ਨਾ, ਵੀ ਮਿੱਟੀ ਦੀ ਕੀ ਵੈਲਿਊ ਹੈ। ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ। ਜੀਵੰਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਇਹਦਾ ਅਰਥ ਹੈ ਛੋਟੀ ਤੋਂ ਛੋਟੀ ਚੀਜ਼ ਵੀ ਤੇਰੇ ਤੋਂ ਵੱਡੀ ਵੈਲਿਊ ਰੱਖਦੀ ਹੈ। ਇੰਨੀ ਤੇਰੇ 'ਚ ਨਿਮਰਤਾ ਹੋਵੇ, ਇੰਨਾ ਤੇਰੇ 'ਚ ਅਹਿਸਾਸ ਹੋਏ ਉਸ ਭਾਵ ਦਾ, ਤੇ ਮੁੱਕ ਗਈਆਂ ਇਹ ਚੀਜ਼ਾਂ। ਸਤਿਗੁਰੂ ਜੀ ਕਹਿੰਦੇ ਜਿਸ ਜੀਵਨ 'ਚੋਂ ਹੈ ਤੇ ਥੋੜ੍ਹਾ ਜਿਹਾ ਔਖਾ, ਇਹ ਕਬੂਲ ਕਰਨਾ ਤੇ ਥੋੜ੍ਹਾ ਜਿਹਾ ਔਖਾ ਹੈ। ਆਪਣੀ ਉਸਤਤ ਛੁੱਟ ਗਈ, ਦੁਨੀਆ ਦੀ ਵੀ ਛੁੱਟ ਗਈ, ਤੇ ਨਿੰਦਾ ਵੀ ਛੁੱਟ ਗਈ। ਰੱਬ ਦਾ ਪਿਆਰਾ ਸਰੀਰ ਨੂੰ ਵੀ ਨਿੰਦਦਾ ਯਾਦ ਰੱਖੇ। ਨਿੰਦੋ ਨਾਹੀ ਕਾਹੂ ਬਾਤੈ। ਸਤਿਗੁਰ ਕਹਿੰਦੇ ਜੋ ਵਰਤਾਰਾ ਵਰਤ ਰਿਹਾ ਕਿਸੇ ਨੂੰ ਨਾ ਨਿੰਦੀ, ਇਹ ਖਸਮ ਕਾ ਕੀ। ਮਾਲਕ ਨੇ ਕੀਤਾ, ਮਾਲਕ ਕਰ ਰਿਹਾ, ਉਹਨੂੰ ਨਾ ਨਿੰਦੀ। ਉਸਤਤ ਨਿੰਦਾ ਨਾਹੀ ਜੇ ਜਿੱਥੇ ਨਹੀਂ ਹੈ। ਕੰਚਨ ਲੋਹ ਸਮਾਨ, ਕੰਚਨ ਸੋਨਾ, ਲੋਹ ਦਾ ਅਰਥ ਹੈ ਮਿੱਟੀ। ਕੀਮਤੀ ਸੋਨਾ ਆ ਗਿਆ ਤਾਂ ਵੀ ਕੋਈ ਨਹੀਂ। ਜਿੱਥੇ ਸਾਹਿਬ ਜੀ ਕਹਿੰਦੇ ਲੋਹਾ, ਫਰਕ ਸੋਨੇ ਤੇ ਲੋਹੇ ਦਾ ਫਰਕ ਮਿਟ ਗਿਆ, ਹੁਣ ਰਿਹਾ ਹੀ ਨਹੀਂ। ਜੇ ਮਾਲਕ ਆ ਵੀ ਤੇਰੀ ਦਾਤ, ਤੇ ਗੁਰਦੇਵ ਚਾਹੁੰਦੇ ਨੇ ਫਰਕ ਮਿਟਾ ਪਾਈ ਤੂੰ, ਇੱਕੋ ਜਿਹਾ ਕਰਕੇ ਜਾਣ। ਸੋਨਾ ਤੇ ਲੋਹਾ ਇੱਕੋ ਜਿਹਾ। ਸੋਨਾ ਦਾ ਅਰਥ ਹੈ ਵਾਧਾ। ਘਰ 'ਚ ਚੀਜ਼ਾਂ ਵੱਧ ਨੇ ਤਾਂ ਵੀ ਸ਼ੁਕਰ ਹੋਏ, ਘਰ 'ਚ ਸੁੱਕੀ ਰੋਟੀ ਖਾਣੀ ਪਏ ਤਾਂ ਵੀ ਸ਼ੁਕਰਾਨਾ ਹੋਏ, ਤਾਂ ਵੀ ਸ਼ੁਕਰਾਨਾ ਵਰਤੇ। ਸੁੱਖ ਆਇਆ ਤਾਂ ਵੀ ਵਰਤੇ, ਦੁੱਖ ਆਇਆ ਤਾਂ ਵੀ ਵਰਤੇ। ਕਈ ਵਾਰ ਉਹ ਕਿਸੇ ਗੁਰਮੁਖ ਪਿਆਰੇ ਨੇ ਬੜੇ ਪਿਆਰੇ ਵਚਨ ਕਹੇ। ਅੱਜ ਬੰਦਾ ਰੱਬ ਨੂੰ ਕਹਿੰਦਾ, ਰੱਬਾ ਤੈਨੂੰ ਕੁਝ ਲੱਗਦਾ ਹੈ, ਕੁਝ ਮੁਸ਼ਕਿਲਾਂ ਦਾ ਮੈਨੂੰ ਹੀ ਪਤਾ, ਮੈਂ ਕਿਸਾਨ ਸੀ ਬੰਦਾ। ਰੱਬਾ ਤੈਨੂੰ ਨਹੀਂ ਪਤਾ, ਤੈਨੂੰ ਕੀ ਪਤਾ, ਤੂੰ ਬੈਠਾ ਪਤਾ ਨਹੀਂ ਕਿੱਥੇ। ਮੈਨੂੰ ਪਤਾ ਘਰ ਕਿੱਦਾਂ ਪਾਲਣਾ, ਮੈਨੂੰ ਪਤਾ ਫਸਲ ਕਿੱਦਾਂ ਪਾਲਣੀ। ਅਕਾਲ ਪੁਰਖ ਨੇ ਕਿਹਾ ਵੀ ਤੂੰ ਕੀ ਚਾਹੁੰਦਾ? ਕਹਿਣ ਲੱਗਾ ਬਸ ਹੋਰ ਤੂੰ ਸਭ ਕੁਝ ਕਰ। ਆ ਜਿਹੜਾ ਮੀਂਹ ਪੈਂਦਾ ਹੈ ਨਾ ਫਸਲ 'ਤੇ, ਇਹ ਕਮ ਸੇ ਕਮ ਮੇਰੀ ਮਰਜ਼ੀ ਨਾ ਪਏ। ਮੀਂਹ ਹਵਾ ਹਨੇਰੀ ਆਉਂਦੀ, ਇਹ ਮੇਰੀ ਮਰਜ਼ੀ ਨਾ ਹੋਏ। ਅਕਾਲ ਪੁਰਖ ਨੇ ਕਿਹਾ ਚੱਲ ਠੀਕ ਹੈ। ਹੁਣ ਉਹਨੇ ਬੀਜੀ ਸੀ ਮੱਕੀ, ਮੱਕੀ ਨੂੰ ਪਾਣੀ ਘੱਟ ਹੀ ਲੱਗਦਾ ਵੈਸੇ। ਮੱਕੀ ਬੀਜੀ ਹੈ, ਹੁਣ ਪਹਿਲੋਂ ਹਵਾ ਚੱਲਦੀ ਸੀ, ਮੀਂਹ ਪੈ ਜਾਂਦਾ ਸੀ। ਹੁਣ ਕਿਸਾਨ ਕਰਦਾ ਥੋੜ੍ਹਾ ਜਿਹਾ ਮੀਂਹ ਪਵਾ ਲੈਂਦਾ, ਹਵਾ ਨਹੀਂ ਚੱਲਣ ਦਿੰਦਾ, ਥੋੜ੍ਹਾ ਫਿਰ ਥੋੜ੍ਹਾ ਮੀਂਹ ਪਵਾਇਆ। ਇਸੇ ਤਰ੍ਹਾਂ ਟਾਂਡੇ ਬੜੇ ਵੱਡੇ ਵੱਡੇ ਹੋ ਗਏ, ਛੱਲੀਆਂ ਲੱਗ ਗਈਆਂ, ਪਰ ਉਹਨੂੰ ਦਾਣਾ ਕੋਈ ਨਹੀਂ ਪਿਆ। ਕਹਿਣ ਲੱਗਾ ਰੱਬਾ ਕੀ ਦਾਣਾ ਕਿਉਂ ਨਹੀਂ ਪਿਆ, ਹੁਣ ਦੱਸੋ। ਅਕਾਲ ਪੁਰਖ ਕਹਿਣ ਲੱਗਾ ਤੇਰੇ ਕਰਕੇ ਨਹੀਂ ਪਿਆ। ਕਹਿਣ ਲੱਗਾ ਕਿਵੇਂ? ਅਕਾਲ ਪੁਰਖ ਨੇ ਕਿਹਾ, ਸਮਝਾਉਣ ਵਾਸਤੇ ਮੈਂ ਬੇਨਤੀ ਕਰ ਰਿਹਾ ਵੀ ਭਲਿਆ ਮੀਂਹ ਪੈਂਦਾ ਸੀ, ਨਾਲ ਹਵਾ ਹਨੇਰੀ ਆਉਂਦੀ ਸੀ, ਬੂਟੇ ਫਸਲ ਦੇ ਆਪਣੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਲੈਂਦੇ ਸਨ, ਉਹਦੇ 'ਚ ਥਿਰਤਾ ਮਜ਼ਬੂਤੀ ਆ ਜਾਂਦੀ ਸੀ, ਦਾਣਿਆਂ 'ਚ ਰਸ ਆ ਜਾਂਦਾ ਸੀ। ਹੁਣ ਤੂੰ ਇਹ ਤੇ ਹੋਣ ਨਹੀਂ ਦਿੱਤਾ, ਉਹ 'ਚ ਥਿਰਤਾ ਮਜ਼ਬੂਤੀ ਨਹੀਂ ਆਈ, ਉਹ ਟਾਂਡੇ ਰਹਿ ਗਏ, ਉਹਦੇ 'ਚ ਦਾਣਾ ਵੀ ਕੋਈ ਨਹੀਂ ਪਿਆ। ਕਿਉਂ? ਕਿਉਂਕਿ ਮਰਜ਼ੀ ਤੇਰੀ ਚੱਲ ਗਈ। ਸਾਡੀ ਮਰਜ਼ੀ ਜਦੋਂ ਚੱਲਦੀ ਹੈ ਦਾਣੇ ਤੋਂ ਵੀ ਆਤੁਰ ਹੋ ਜਾਂਦੇ। ਚਾਹੁੰਦੇ ਆਪਾਂ ਵੀ ਠੀਕ ਕਰ ਲਾਂਗੇ ਸਭ ਕੁਝ, ਪਰ ਇਸ ਤਰ੍ਹਾਂ ਹੋ ਨਹੀਂ ਸਕਦਾ। ਤੇ ਬੇਨਤੀ ਕਰਾਂ, ਸਾਡੇ ਕੋਲੋਂ ਤੇ ਸਾਡੀ ਮਰਜ਼ੀ ਨਾਲ ਘਰ ਨਹੀਂ ਚੱਲਦੇ, ਦੁਨੀਆ ਕਿੱਥੋਂ ਚੱਲੇਗੀ? ਨਹੀਂ ਚੱਲੇਗੀ ਦੁਨੀਆ। ਸਾਡਾ ਤੇ ਘਰ ਦਾ ਬੈਲੈਂਸ ਵਿਗੜ ਜਾਂਦਾ ਸਾਡੀ ਮਰਜ਼ੀ ਨਾਲ। ਮਾਲਕ ਤੂੰ ਹੀ ਹੈ,
मीरा दाना दिल सोच। ये तू ही है दाना सियाणा, ये तू ही है शाह जिहड़ा है, जिहड़ा सब वरतारे वरतारे हैं। हाँ जो वरत रहा कंचन होए सोना होए, साडी की हालत हुंदी है, कुछ मिल गया तां भी विछड़ गए, कुछ छुट गया। बहुत लोग दुनिया च कोई अणसुखावी घटना वापरदी रब तो मुनकर हो जाते भी रब्बा मैं तेरा की विगाड़िया सी, उलांभियां ते जीवन आ जाता है, अणसुखावी घटना वापर जाए। जां गुरदेव ने कहा मन दस नाज टका चार गांठी। पुराने जमाने च ना घरां च भड़ोले हुंदे सी, ड्रम भड़ोले, उन्हां च लोग अनाज पा के रखते सी, कणक पा ली, झोना पा लिया। ते जिन्हां कोल जिन्ना ज़्यादा हुंदा सी उन्ना बंदा हंकारी हुंदा सी। साहब जी कहंदे बंदिया तेरे कोल 4 मन दाने आ जाण, जेब च 4 छिल्लड़ आ जाण, एंडो टेढ़ो जा, तेरी ते चाल ही विगड़ जाती। मिल गया तां भी नहीं जरिया गया, छुट गया तां भी नहीं जरिया गया, सोना आया कुंडल पाले तां भी नहीं जरिया, ते घर च लोहा है तां भी उलांभा दिंदा तां भी नहीं जरिया। जिथे गुरु तेग बहादुर जी कहते ये फर्क मिट जाए, ब्रह्म ज्ञानी रब दा प्यारा जिन्हों आपां ब्रह्म दृष्टि कह लीए, ब्रह्म दृष्टि का अर्थ यही है जिथे फर्क मिट गया, इक्को जा दिसदा है सब कुछ। जिथे जिस दृष्टि ब्रह्म दृष्टि नाल सांझ पै गई जोत दी, ते जिहड़ी संसारक दृष्टि है वो जात की सांझ पाउंदी है, चीज़ां की सांझ पाउंदी है, उन्हां तक रुक जाती है। ते ब्रह्म दृष्टि जिथे एक ही एक सब कुछ दिखाई दिंदा है, ते ये गुरमुख ब्रह्म ज्ञानी की दृष्टि है। कहो नानक सुन रे मना, हे मन तू सुन। ये की सुन? मुक्त ताहें तैं जा। आपां कहने ना मुक्ति, ते मुक्ति का हुण गुरुदेव ने बड़ा सोहना ये साडे सामने विस्तार दे नाल लक्षण प्रभाव सुभाव रखे। आपां कहने बंदा मुक्त हो गया, सतगुरु कहंदे हाँ मुक्त हो गया। कौन हो गया? जिथे दुख सुख लोभ मोह अभिमान उस्तत निंदा कंचन ते लोभ, ये सारियां चीज़ां समान हो जाण। सब वेले हरेक हालात विच जिहड़ा गुरमुख प्यारा अडोल रहे, ये मुक्ति की अवस्था है। तो बंदिया सानू किन्ने बने है? लोभ ने बने है। किन्ने बने है? सानू क्रोध ने बने है। किन्ने बद्धे काहदे आ? सानू मुक्ति ये तो ही मिलनी चाहिए। आपां समझते हैं मुक्त शायद आ शरीर तक ही, बहुतिया ने इस गल नूं समझ लिया शरीर का छुटना ही मुक्ति नहीं, भी शरीर छड़ गया बंदा मुक्त हो गया। नहीं, ये नाल बहुत कुछ रह जाता है। शरीर दे सड़िया सब कुछ नहीं सड़ना। चंगियाइयां बुरियाइयां वाचै धर्म हदूर, करमी आपो अपनी के नेड़े के दूर। हाँ, शरीर दे संस्कार तो पहलों एक साडा संस्कार रिश्तेदारां ने करना है, करते भी ने, फर्ज भी है। एक संस्कार असी अपना आप करना है, तो जिन्हें वो संस्कार आप कर लिया फिर वह वो संस्कार भी मुबारक है, वह मरना भी मुबारक है, वह संसार तो जाना भी मुबारक है। जिन्हें इस तरह की साहब जी कहते मुक्ति प्राप्त कर ली, उसे नूं आपां मुक्त जान सकते हैं। वो गुरमुख है, संत है, ब्रह्म ज्ञानी है, जिहड़ा हो रहे नूं पूर्ण तौर पर स्वीकार कर ले। तो जिहड़ा थोड़ा थोड़ा करे थोड़ा थोड़ा नहीं करे संसारी है, वो दुख सुख भै भरम विच सदा पिया रहिंदा है। गुर किरपा करन, सतगुर सानू भी सारिआं नूं ऐसी मुक्त अवस्था बख्शिश करन। बेअंत भुल्लां दी खिमा। वाहे गुरु वाहे गुरु वाहे गुरु वाहे वाहे गुरु वाहे गुरु वाहे गुरु
ਵਾਹਿਗੁਰੂ 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 ਵਾਹਿਗੁਰੂ